ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਵਿਆਹ ਇੱਕ ਬਹੁਤ ਹੀ ਅਮੀਰ ਖਾਨਦਾਨ ਵਿੱਚ ਹੋਇਆ ਸੀ। ਮੈਂ ਇਸ ਵਜ੍ਹਾ ਨਾਲ ਬਹੁਤ ਖੁਸ਼ ਸੀ ਕਿਉਂਕਿ ਸਾਰੀ ਜ਼ਿੰਦਗੀ ਮੈਂ ਆਪਣੀਆਂ ਖੁਸ਼ੀਆਂ ਨੂੰ ਦਬਾ ਕੇ ਗੁਜ਼ਾਰਿਆ ਸੀ। ਮੈਨੂੰ ਪੈਸੇ ਦੀ ਕਦਰ ਅਤੇ ਕੀਮਤ ਦਾ ਅੰਦਾਜ਼ਾ ਸੀ। ਅਸੀਂ ਆਪਣੇ ਮੰਮੀ ਪਾਪਾ ਤੋਂ ਹਮੇਸ਼ਾ 2-2 ਰੁਪਇਆਂ ਲਈ ਕੁੱਟ ਖਾਧੀ ਸੀ। ਜਦੋਂ ਮੇਰਾ ਵਿਆਹ ਅਮੀਰ ਘਰਾਣੇ ਵਿੱਚ ਹੋਇਆ ਤਾਂ ਮੈਂ ਕੁਝ ਨਹੀਂ ਕਿਹਾ ਅਤੇ ਨਾ ਹੀ ਕਿਸੇ ਤੋਂ ਕੁਝ ਪੁੱਛਿਆ। ਕਿਸ ਨਾਲ ਮੇਰਾ ਵਿਆਹ ਹੋ ਰਿਹਾ, ਮੈਨੂੰ ਤਾਂ ਖੁਸ਼ੀ ਸਿਰਫ ਇਸ ਗੱਲ ਦੀ ਸੀ ਕਿ ਮੈਂ ਇਸ ਜੇਲ੍ਹ 'ਚੋਂ ਨਿਕਲ ਕੇ ਇੱਕ ਵੱਡੇ ਸਾਰੇ ਮਹਿਲ ਵਿੱਚ ਜਾਊਂਗੀ, ਜਿੱਥੇ ਨੌਕਰ ਮੇਰੇ ਅੱਗੇ ਪਿੱਛੇ ਘੁੰਮਣਗੇ ਤੇ ਮੇਰੀ ਸੇਵਾ ਕਰਨਗੇ ਅਤੇ ਮੈਂ ਬਸ ਉਹਨਾਂ ਨੂੰ ਸਿਰਫ ਹੁਕਮ ਦਿਆ ਕਰੂੰਗੀ। ਇਸ ਤਰ੍ਹਾਂ ਹੀ ਸਭ ਹੋਇਆ। ਮੇਰੀ ਬਰਾਤ ਮੇਰੇ ਘਰੇ ਦਾਖਲ ਹੋਈ ਤਾਂ ਮੈਂ ਸੋਚ ਨਹੀਂ ਸਕਦੀ ਸੀ ਕਿ ਕਿੰਨੇ ਸਮਾਰਟ ਅਤੇ ਮਹਿੰਗੇ ਕੱਪੜਿਆਂ ਵਾਲੇ ਲੋਕ ਮੇਰੇ ਘਰੇ ਆਏ। ਉਹ ਮੇਰੇ ਸਹੁਰੇ ਘਰ ਵਾਲੇ ਸੀ। ਉਹਨਾਂ ਦੇ ਚਿਹਰੇ 'ਤੇ ਚਮਕ ਦਮਕ ਤੇ ਖੂਬਸੂਰਤੀ ਸੀ। ਸਾਡਾ ਮਹੱਲਾ ਤਾਂ ਗਰੀਬਾਂ ਦਾ ਮਹੱਲਾ ਸੀ। ਮੈਂ ਤਾਂ ਮੇਕਅਪ ਵੀ ਸਸਤੇ ਵਾਲਾ ਕਰਾ ਰੱਖਿਆ ਸੀ। ਪਰ ਜਦੋਂ ਉਹ ਲੋਕ ਮੈਨੂੰ ਵਿਆਹ ਕੇ ਆਪਣੇ ਘਰੇ ਲੈ ਗਏ ਤਾਂ ਮੈਂ ਉਸ ਘਰ ਨੂੰ ਦੇਖਦੀ ਰਹਿ ਗਈ। ਘਰ ਕੀ ਸੀ? ਰਾਜੇ ਮਹਾਰਾਜਿਆਂ ਵਾਲਾ ਮਹਿਲ ਸੀ। ਦੁਨੀਆ ਜਹਾਨ ਦੀ ਰੌਸ਼ਨੀ ਅਤੇ ਖੂਬਸੂਰਤੀ ਉਸ ਮਹਿਲ ਵਿੱਚ ਸੀ। ਮੈਨੂੰ ਲੱਗਿਆ ਮੈਂ ਕਿਸੇ ਨਵੀਂ ਦੁਨੀਆ ਵਿੱਚ ਆ ਗਈ ਹਾਂ। ਹੁਣ ਘਰ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਨੂੰ ਆਪਣੇ ਪਤੀ ਨੂੰ ਦੇਖਣ ਦੀ ਜਲਦੀ ਸੀ, ਕਿਉਂਕਿ ਮੇਰੇ ਮਾਂ-ਬਾਪ ਨੇ ਮੈਨੂੰ ਮੇਰੇ ਪਤੀ ਦੀ ਫੋਟੋ ਵੀ ਨਹੀਂ ਦਿਖਾਈ ਸੀ, ਕਿਉਂਕਿ ਸਾਡੇ ਇਹ ਰਿਵਾਜ ਸੀ ਬੇਟੀਆਂ ਆਪਣੇ ਹੋਣ ਵਾਲੇ ਪਤੀ ਨੂੰ ਨਹੀਂ ਦੇਖਦੀਆਂ ਸੀ। ਹਾਲਾਂਕਿ ਲੜਕੀਆਂ ਦਾ ਪੂਰਾ ਹੱਕ ਆ ਕਿ ਉਹ ਆਪਣੇ ਹੋਣ ਵਾਲੇ ਪਤੀ ਨੂੰ ਦੇਖਣ, ਪਰ ਮੇਰੇ ਮਾਂ-ਬਾਪ ਨੇ ਇਹ ਹੱਕ ਮੇਰੇ ਤੋਂ ਖੋਹ ਲਿਆ ਸੀ। ਜਦੋਂ ਮੈਂ ਸਹੁਰੇ ਘਰ ਵਿੱਚ ਦਾਖਲ ਹੋਈ ਤਾਂ ਮੇਰਾ ਸਵਾਗਤ ਮੇਰੀ ਸੱਸ ਨੇ ਕੀਤਾ ਅਤੇ ਮੇਰੇ ਪਤੀ ਦੇ ਕਮਰੇ ਵਿੱਚ ਬਿਠਾਉਣ ਦੀ ਬਜਾਏ ਉਹਨਾਂ ਨੇ ਮੈਨੂੰ ਮੇਰੀ ਸੱਸ ਦੇ ਕਮਰੇ ਵਿੱਚ ਬਿਠਾ ਦਿੱਤਾ। ਮੈਂ ਸਮਝਦੀ ਸੀ ਕਿ ਸ਼ਾਇਦ ਉਹਨਾਂ ਦੇ ਕੋਈ ਰਸਮ ਕਰਨੀ ਹੋਵੇਗੀ, ਪਰ ਫਿਰ ਕੁਝ ਹੋਰ ਲੜਕੀਆਂ ਮੇਰੇ ਕਮਰੇ ਵਿੱਚ ਆਈਆਂ ਅਤੇ ਉਹਨਾਂ ਨੇ ਛੋਟੀਆਂ-ਮੋਟੀਆਂ ਰਸਮਾਂ ਕੀਤੀਆਂ। ਮੈਂ ਨਜ਼ਰਾਂ ਝੁਕਾ ਕੇ ਬੈਠੀ ਸੀ। ਮੈਂ ਕਿਸਮਤ ਦੀ ਮਾਰੀ। ਮੈਨੂੰ ਕੀ ਪਤਾ ਸੀ ਕਿ ਹੁਣ ਮੇਰੀਆਂ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਚੁੱਕਿਆ। ਸਾਰੀਆਂ ਲੜਕੀਆਂ ਦੇ ਕਮਰੇ 'ਚ ਜਾਣ ਤੋਂ ਬਾਅਦ ਉਮੀਦ ਕਰ ਰਹੀ ਸੀ ਕਿ ਮੇਰੀ ਸੱਸ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਛੱਡ ਕੇ ਆਊਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਉਹ ਮੇਰੇ ਕਮਰੇ ਨੂੰ ਬਾਹਰੋਂ ਬੰਦ ਕਰਕੇ ਚਲੀ ਗਈ। ਮੈਂ ਪਿੱਛੇ ਉਸ ਦਾ ਇੰਤਜ਼ਾਰ ਕਰਦੀ ਰਹੀ। ਲਗਭਗ ਅੱਧਾ ਘੰਟਾ ਗੁਜ਼ਰ ਗਿਆ, ਪਰ ਜਦੋਂ ਮੇਰੀ ਸੱਸ ਨਾ ਆਈ ਤਾਂ ਮੈਨੂੰ ਫਿਕਰ ਹੋਣ ਲੱਗੀ ਕਿ ਕਿਤੇ ਮੈਨੂੰ ਬੰਦ ਕਰਕੇ ਹੀ ਤਾਂ ਨਹੀਂ ਭੁੱਲ ਗਈ ਹੋਵੇ। ਦਿਮਾਗ ਵਿੱਚ ਅਜੀਬ ਖਿਆਲ ਆਉਣ ਲੱਗੇ। ਪਤੀ ਨਾਲ ਮਿਲਣ ਦੀ ਵੀ ਜਲਦੀ ਸੀ, ਕਿਉਂਕਿ ਵਿਆਹ ਤੋਂ ਬਾਅਦ ਹਰ ਔਰਤ ਦੀ ਖੁਆਇਸ਼ ਹੁੰਦੀ ਆ। ਬੈਠੇ ਮੇਰੀ ਕਮਰ ਆਕੜਨ ਲੱਗੀ। ਇਸ ਤੋਂ ਪਹਿਲਾਂ ਕਿ ਮੈਂ ਬੈੱਡ ਤੋਂ ਉੱਠ ਕੇ ਦਰਵਾਜ਼ੇ ਤੱਕ ਜਾਂਦੀ, ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੁੱਲ੍ਹਿਆ। ਮੇਰੀ ਸੱਸ ਕਿਸੇ ਤੂਫਾਨ ਦੀ ਤਰ੍ਹਾਂ ਅੰਦਰ ਆਈ, ਪਰ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਕਮਰੇ ਦੇ ਅੰਦਰੋਂ ਆ ਕੇ ਕੁੰਡੀ ਲਗਾ ਲਈ। ਮੈਂ ਸੱਸ ਦੇ ਵੱਲ ਦੇਖਿਆ ਤਾਂ ਉਹ ਮੇਰੇ ਕੋਲ ਆ ਕੇ ਬੈਠ ਗਈ। ਉਹ ਮੈਨੂੰ ਗੌਰ ਨਾਲ ਦੇਖਦੀ ਹੋਈ ਬੋਲੀ, ਬੇਟੀ, ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੇਰੇ ਮਨ ਵਿੱਚ ਕੀ ਚੱਲ ਰਿਹਾ। ਤੂੰ ਇਹੀ ਸੋਚਦੀ ਹੋਵੇਂਗੀ ਕਿ ਮੇਰਾ ਪਤੀ ਮੇਰੇ ਕਮਰੇ ਵਿੱਚ ਅਜੇ ਤੱਕ ਕਿਉਂ ਨਹੀਂ ਆਇਆ ਅਤੇ ਮੇਰੀ ਸੱਸ ਬਾਰ-ਬਾਰ ਕਮਰੇ ਵਿੱਚ ਆ ਜਾਂਦੀ ਆ ਤੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਰੱਖੀ ਬੈਠੀ ਆ। ਬਸ ਬੇਟੀ, ਮੈਂ ਨਹੀਂ ਚਾਹੁੰਦੀ ਕਿ ਤੇਰੀ ਖੂਬਸੂਰਤੀ ਨੂੰ ਕਿਸੇ ਦੀ ਨਜ਼ਰ ਲੱਗੇ। ਮੈਂ ਤੈਨੂੰ ਤੇਰੇ ਪਤੀ ਕੋਲ ਭੇਜਾਂਗੀ, ਜ਼ਰੂਰ ਭੇਜਾਂਗੀ, ਪਰ ਹਜੇ ਉਸ ਦਾ ਟਾਈਮ ਨਹੀਂ ਆਇਆ। ਤੂੰ ਫਿਲਹਾਲ ਮੇਰੇ ਕਮਰੇ ਵਿੱਚ ਬੈਠ ਤੇ ਅਜਿਹਾ ਕਰ ਕਿ ਇਹ ਕੱਪੜੇ ਬਦਲ ਲਾ ਤੇ ਕੋਈ ਹੌਲੇ ਜਿਹੇ ਕੱਪੜੇ ਪਾ ਲਾ, ਜਿਸ ਨਾਲ ਤੈਨੂੰ ਸੌਣ ਵਿੱਚ ਆਸਾਨੀ ਹੋ ਜਾਵੇ। ਮੇਰੀ ਸੱਸ ਬਹੁਤ ਵਧੀਆ ਸੀ। ਉਸ ਦੇ ਚਿਹਰੇ 'ਤੇ ਸ਼ਰਾਫਤ ਨਜ਼ਰ ਆਉਂਦੀ ਸੀ। ਮੈਨੂੰ ਵੀ ਇਹ ਜਾਣ ਕੇ ਖੁਸ਼ੀ ਹੋਈ ਕਿ ਚਲੋ ਵਧੀਆ ਗੱਲ ਆ, ਮੇਰੀ ਸੱਸ ਬਹੁਤ ਜ਼ਿਆਦਾ ਮਾਡਰਨ ਨਹੀਂ, ਕਿਉਂਕਿ ਮੈਂ ਖੁਦ ਸਿੱਧੀ ਸਾਦੀ ਤੇ ਗਰੀਬ ਜਿਹੇ ਘਰ ਦੀ ਲੜਕੀ ਸੀ। ਜੇ ਕਿਤੇ ਮਾਡਰਨ ਸੱਸ ਨਾਲ ਪਾਲਾ ਪੈ ਜਾਂਦਾ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਂਦੀ। ਵੈਸੇ ਵੀ ਮੈਨੂੰ ਹਾਲੇ ਤੱਕ ਮੇਕਅਪ ਕਰਨਾ ਵੀ ਨਹੀਂ ਆਉਂਦਾ ਸੀ।
ਮੈਂ ਆਪਣੇ ਕੱਪੜੇ ਬਦਲੇ ਅਤੇ ਥੋੜ੍ਹੀ ਪਰਮਾਤਮਾ ਦੇ ਸਾਹਮਣੇ ਖੜ ਕੇ ਪੂਜਾ ਪਾਠ ਕਰਨ ਤੋਂ ਬਾਅਦ ਬੈੱਡ 'ਤੇ ਆ ਕੇ ਪੈ ਗਈ। ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਮੈਨੂੰ ਨੀਂਦ ਆ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਸੱਸ ਦੇ ਕਮਰੇ ਵਿੱਚ ਹੀ ਸੀ। ਪਰ ਮੈਨੂੰ ਬੁਰਾ ਨਹੀਂ ਲੱਗਦਾ ਸੀ ਕਿਉਂਕਿ ਮੇਰੀ ਸੱਸ ਮੇਰਾ ਬਹੁਤ ਖਿਆਲ ਰੱਖਦੀ ਸੀ। ਸਵੇਰ ਹੋ ਗਈ ਸੀ। ਮੇਰੀ ਸੱਸ ਆਈ ਤੇ ਉਸਨੇ ਮੈਨੂੰ ਹਰੇ ਰੰਗ ਦਾ ਸੂਟ ਦਿੱਤਾ ਤੇ ਕਿਹਾ, ਜਲਦੀ ਜਲਦੀ ਨਾਲ ਤਿਆਰ ਹੋ ਜਾ, ਤੂੰ ਪਤੀ ਨੂੰ ਬਾਅਦ ਵਿੱਚ ਦੇਖ ਲਵੀਂ, ਫਿਲਹਾਲ ਮਹਿਮਾਨਾਂ ਨੂੰ ਮਿਲਣਾ। ਮੈਂ ਮੁਸਕਰਾਈ ਤੇ ਉਹ ਕੱਪੜੇ ਪਾ ਕੇ ਚੰਗੇ ਤਰੀਕੇ ਨਾਲ ਤਿਆਰ ਹੋ ਗਈ। ਲੋਕ ਮੈਨੂੰ ਮਿਲਣ ਲਈ ਬਾਰ-ਬਾਰ ਆਉਣ ਲੱਗੇ ਕਿਉਂਕਿ ਮੈਂ ਖਾਨਦਾਨ ਵਿੱਚ ਨਵੀਂ ਵਿਆਹੀ ਆਈ ਸੀ। ਪਰ ਜੋ ਵੀ ਮੈਨੂੰ ਦੇਖਦਾ ਬੜੀ ਹੀ ਅਜੀਬ ਨਜ਼ਰਾਂ ਨਾਲ ਦੇਖਦਾ ਅਤੇ ਘੂਰਦਾ ਹੋਇਆ ਲੰਘ ਜਾਂਦਾ। ਹਰ ਮਿਲਣ ਵਾਲੀ ਔਰਤ ਮੈਨੂੰ ਅਜੀਬ ਜਿਹਾ ਮੂੰਹ ਬਣਾ ਕੇ ਲੰਘ ਜਾਂਦੀ ਤੇ ਕਹਿ ਦਿੰਦੀ, ਇਹ ਅਵੀ ਦੀ ਪਤਨੀ ਆ। ਸਾਰੀਆਂ ਔਰਤਾਂ ਮੈਨੂੰ ਮੁੜ-ਮੁੜ ਕੇ ਦੇਖਦੀਆਂ ਜਿਵੇਂ ਮੈਂ ਕੋਈ ਅਜੂਬਾ ਸੀ। ਮੈਂ ਲੋਕਾਂ ਦੀਆਂ ਨਜ਼ਰਾਂ ਦਾ ਮਤਲਬ ਨਹੀਂ ਸਮਝਦੀ ਸੀ। ਆਖਿਰ ਉਹ ਅਜਿਹਾ ਕਿਉਂ ਕਰ ਰਹੀਆਂ? ਪਰ ਇੱਕ ਗੱਲ ਅਜੀਬ ਸੀ ਕਿ ਕਿਸੇ ਨੇ ਵੀ ਮੇਰੇ ਪਤੀ ਦਾ ਜ਼ਿਕਰ ਨਹੀਂ ਕੀਤਾ ਸੀ। ਸਭ ਦੀਆਂ ਨਜ਼ਰਾਂ ਦਾ ਨਿਸ਼ਾਨਾ ਮੈਂ ਹੀ ਬਣੀ ਹੋਈ ਸੀ। ਸਭ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਤਰਸ ਵੇਖ ਰਹੀ ਸੀ। ਮੈਨੂੰ ਮਿਲਣ ਵਾਲੀ ਹਰ ਔਰਤ ਇਹੀ ਕਹਿੰਦੀ ਕਿ ਰੱਬ ਤੇਰੇ ਉੱਤੇ ਮਿਹਰ ਕਰੇ, ਤੇਰੀ ਜ਼ਿੰਦਗੀ ਨੂੰ ਆਸਾਨ ਕਰੇ। ਮੈਨੂੰ ਬਹੁਤ ਅਜੀਬ ਲੱਗਦਾ ਕਿਉਂਕਿ ਮੇਰੇ ਸਹੁਰੇ ਵਾਲੇ ਬਹੁਤ ਵਧੀਆ ਲੋਕ ਸੀ। ਉਹਨਾਂ ਨੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ ਸੀ। ਉਹਨਾਂ ਨੇ ਤਾਂ ਮੈਨੂੰ ਇਹ ਮਹਿਸੂਸ ਵੀ ਨਹੀਂ ਹੋਣ ਦਿੱਤਾ ਸੀ ਕਿ ਮੈਂ ਗਰੀਬ ਘਰ ਦੀ ਹਾਂ। ਲੇਕਿਨ ਮੈਨੂੰ ਕੀ ਪਤਾ ਸੀ ਕਿ ਇਹ ਹਮਦਰਦੀ ਮੇਰੀ ਗਰੀਬੀ ਦੀ ਵਜ੍ਹਾ ਨਾਲ ਨਹੀਂ, ਬਲਕਿ ਮੇਰੀ ਬਦਨਸੀਬੀ ਦੀ ਵਜ੍ਹਾ ਨਾਲ ਸਭ ਲੋਕ ਦਿਖਾ ਰਹੇ ਸੀ। ਥੋੜ੍ਹੀ ਹੀ ਦੇਰ ਬਾਅਦ ਮੇਰੀ ਸੱਸ ਮੈਨੂੰ ਮੇਰੇ ਕਮਰੇ ਵਿੱਚ ਬਿਠਾ ਕੇ ਬਾਹਰ ਚਲੀ ਗਈ। ਹਜੇ ਤੱਕ ਵੀ ਮੈਂ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ। ਜਦੋਂ ਮੇਰੀ ਸੱਸ ਮੈਨੂੰ ਕਮਰੇ ਵਿੱਚ ਛੱਡ ਕੇ ਮੁੜਨ ਲੱਗੀ ਤਾਂ ਮੈਂ ਉਸ ਨੂੰ ਪੁੱਛਿਆ, ਮਾਂ ਜੀ, ਅਵੀ ਕਿੱਥੇ ਆ? ਮੇਰੀ ਸੱਸ ਬੋਲੀ, ਬਹੂ ਰਾਣੀ, ਅਵੀ ਦਾ ਦੀਦਾਰ ਕਰਨਾ ਇੰਨਾ ਆਸਾਨ ਨਹੀਂ। ਉਸ ਨੂੰ ਦੇਖਣ ਲਈ ਤੈਨੂੰ ਬਹੁਤ ਸਾਰੇ ਇਮਤਿਹਾਨਾਂ 'ਚੋਂ ਗੁਜ਼ਰਨਾ ਪਵੇਗਾ। ਉਹਨਾਂ ਇਮਤਿਹਾਨਾਂ ਵਿੱਚੋਂ ਪਾਸ ਹੋਈ ਫੇਰ ਜਾ ਕੇ ਕਿਤੇ ਤੈਨੂੰ ਅਵੀ ਦੇ ਦਰਸ਼ਨ ਹੋਣਗੇ। ਕਿਹੋ ਜਿਹੇ ਇਮਤਿਹਾਨ? ਮੈਂ ਇੱਕਦਮ ਘਬਰਾ ਕੇ ਪੁੱਛ ਬੈਠੀ। ਤਾਂ ਮੇਰੀ ਸੱਸ ਬੋਲੀ, ਪਹਿਲਾਂ ਤੈਨੂੰ ਅਵੀ ਦੇ ਕਾਬਲ ਬਣਨਾ ਪਵੇਗਾ। ਜੇ ਮੈਂ ਅਵੀ ਦੇ ਕਾਬਲ ਨਹੀਂ ਸੀ ਤਾਂ ਫਿਰ ਉਸਨੇ ਮੇਰੇ ਨਾਲ ਵਿਆਹ ਕਿਉਂ ਕੀਤਾ? ਮੇਰੀ ਜ਼ੁਬਾਨ 'ਤੇ ਸ਼ਿਕਾਇਤ ਆ ਹੀ ਗਈ ਕਿਉਂਕਿ ਉਹ ਇੰਨੀ ਦੇਰ ਤੋਂ ਮੇਰੇ ਨਾਲ ਖੇਡਾਂ ਹੀ ਖੇਡ ਰਹੇ ਸੀ। ਮੇਰਾ ਹੱਕ ਤਾਂ ਬਣਦਾ ਸੀ ਕਿ ਮੈਂ ਆਪਣੇ ਪਤੀ ਦੇ ਬਾਰੇ ਆਪਣੀ ਸੱਸ ਤੋਂ ਸਵਾਲ ਕਰ ਸਕਾਂ। ਮੇਰੀ ਗੱਲ ਸੁਣਦੇ ਹੀ ਮੇਰੀ ਸੱਸ ਕੰਨਾਂ 'ਤੇ ਹੱਥ ਰੱਖ ਕੇ ਕਹਿਣ ਲੱਗੀ, ਪਤੀ ਨੂੰ ਮਿਲਣ ਲਈ ਇੰਨੀ ਜਲਦੀ? ਸਾਡੇ ਜ਼ਮਾਨੇ ਵਿੱਚ ਤਾਂ ਕੁੜੀਆਂ ਇੰਨਾ ਸ਼ਰਮਾਉਂਦੀਆਂ ਸੀ ਕਿ ਪਤੀ ਨਾਲ ਹਫ਼ਤਾ-ਹਫ਼ਤਾ ਨਿਗਾਹ ਹੀ ਨਹੀਂ ਮਿਲਾਉਂਦੀਆਂ ਸੀ। ਮੇਰੀ ਸੱਸ ਦੀ ਸੋਚ ਥੋੜ੍ਹੇ ਪੁਰਾਣੇ ਜ਼ਮਾਨੇ ਦੀ ਸੀ। ਮੈਂ ਚੁੱਪ ਰਹਿਣਾ ਹੀ ਚੰਗਾ ਸਮਝਿਆ। ਆਖਿਰ ਕਿੰਨੇ ਦਿਨਾਂ ਤੱਕ ਆਪਣੇ ਬੇਟੇ ਨੂੰ ਮੇਰੇ ਤੋਂ ਲੁਕੋ ਕੇ ਰੱਖੂਗੀ? ਉਸ ਨੂੰ ਵੀ ਮੈਨੂੰ ਮਿਲਣ ਦੀ ਤਾਂਘ ਹੋਵੇਗੀ। ਆਖਿਰ ਮੇਰੇ ਪਤੀ ਨੂੰ ਮੈਨੂੰ ਮਿਲਣ ਦੀ ਜਲਦਬਾਜ਼ੀ ਕਿਉਂ ਨਹੀਂ? ਇਸ ਤਰ੍ਹਾਂ ਪੂਰਾ ਦਿਨ ਲੰਘ ਗਿਆ ਅਤੇ ਦੁਬਾਰਾ ਰਾਤ ਹੋ ਗਈ। ਹੁਣ ਤਾਂ ਮੇਰਾ ਪਾਰਾ ਹੋਰ ਵੀ ਗਰਮ ਹੋਣ ਲੱਗਿਆ। ਮੈਂ ਸੱਸ ਨੂੰ ਕਿਹਾ ਕਿ ਅੱਜ ਵੀ ਮੈਂ ਤੁਹਾਡੇ ਕਮਰੇ ਵਿੱਚ ਹੀ ਰਹੂੰਗੀ। ਮੇਰੀ ਸੱਸ ਫਿਰ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਲੈ ਕੇ ਬਹਿ ਗਈ। ਅਰੇ ਬੜੀ ਬੇਸ਼ਰਮ ਲੜਕੀ ਆ, ਬਹੁਤ ਜਲਦੀ ਆ ਤੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਜਾਣ ਦੀ। ਉਸਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ, ਬੇਟਾ ਦੇਖ, ਜਦੋਂ ਵੀ ਤੇਰਾ ਪਤੀ ਸਾਹਮਣੇ ਆਵੇ ਤਾਂ ਤੁਹਾਡੇ ਵਿੱਚ ਪਰਦਾ ਹੋਣਾ ਚਾਹੀਦਾ। ਸਵੇਰੇ ਉੱਠ ਕੇ ਤੈਨੂੰ 7 ਦਿਨ ਪ੍ਰਭੂ ਦੀ ਪੂਜਾ ਕਰਨੀ ਪਵੇਗੀ। ਸਾਡੇ ਪੰਡਤ ਜੀ ਨੇ ਇਹੀ ਕਿਹਾ ਕਿ ਤੈਨੂੰ 7 ਦਿਨ ਤੱਕ ਪੂਜਾ ਕਰਨੀ ਹੋਵੇਗੀ। ਉਸ ਤੋਂ ਪਹਿਲਾਂ ਤੂੰ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕਦੀ। ਉਸ ਤੋਂ ਬਾਅਦ ਤੂੰ ਆਪਣੇ ਪਤੀ ਦਾ ਚਿਹਰਾ ਦੇਖ ਸਕਦੀ ਆਂ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ, ਪਰ ਮੇਰੇ ਦਿਲ ਵਿੱਚ ਖੁਸ਼ੀ ਸੀ ਕਿ ਮੇਰੀ ਸੱਸ ਦਾ ਰਵੱਈਆ ਮੇਰੇ ਪ੍ਰਤੀ ਵਧੀਆ ਸੀ। ਉਹ ਤਾਂ ਬਸ ਇਹੀ ਚਾਹੁੰਦੀ ਸੀ ਕਿ ਸਾਡੇ ਰਿਸ਼ਤੇ 'ਤੇ ਪ੍ਰਮਾਤਮਾ ਦਾ ਹੱਥ ਰਵੇ। ਮੈਂ ਉਸੇ ਤਰ੍ਹਾਂ ਹੀ ਕੀਤਾ। ਮੈਂ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਪ੍ਰਮਾਤਮਾ ਦੀ ਪੂਜਾ ਕਰਨ। ਅੱਜ 7ਵਾਂ ਦਿਨ ਸੀ। ਮੇਰੀ ਸੱਸ ਚਿੱਟਾ ਦੁਪੱਟਾ ਲੈ ਕੇ ਆਈ ਤੇ ਕਹਿਣ ਲੱਗੀ, ਪੰਡਤ ਜੀ ਨੇ ਕਿਹਾ ਇਹਨੂੰ ਸਿਰ 'ਤੇ ਰੱਖ ਕੇ ਪੂਜਾ ਕਰਨੀ ਆ। ਮੈਂ ਆਪਣੀ ਸੱਸ ਦੇ ਹੱਥ ਵਿੱਚੋਂ ਦੁਪੱਟਾ ਲਿਆ ਅਤੇ ਆਪਣੇ ਸਿਰ 'ਤੇ ਰੱਖ ਲਿਆ। ਉਸ ਦੁਪੱਟੇ ਵਿੱਚੋਂ ਹਲਕੀ ਹਲਕੀ ਖੁਸ਼ਬੂ ਆ ਰਹੀ ਸੀ।
ਉਸ ਖੁਸ਼ਬੂ ਨਾਲ ਮੇਰਾ ਸਿਰ ਭਾਰੀ ਹੋਣ ਲੱਗਿਆ, ਮੇਰੇ ਹੱਥ ਪੈਰ ਨੀਲੇ ਹੋਣ ਲੱਗੇ। ਮੈਂ ਮਦਹੋਸ਼ੀ ਦੀ ਹਾਲਤ ਵਿੱਚ ਹੋ ਗਈ। ਮੈਨੂੰ ਨਹੀਂ ਪਤਾ ਕਿਸ ਨੇ ਮੈਨੂੰ ਚੁੱਕ ਕੇ ਬੈੱਡ 'ਤੇ ਪਾਇਆ। ਜਦੋਂ ਮੇਰੀ ਸਵੇਰੇ ਅੱਖ ਖੁੱਲ੍ਹੀ ਤਾਂ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੀ ਨੀਂਦ ਪੂਰੀ ਨਾ ਹੋਈ ਹੋਵੇ। ਅਜੀਬ ਜਿਹੀ ਥਕਾਵਟ ਸੀ। ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਬੋਲੀ, ਲੈ ਬੇਟੀ ਦੁੱਧ ਪੀ ਲਾ। ਮੇਰੀ ਸੱਸ ਨੇ ਦੁੱਧ ਦਾ ਗਲਾਸ ਮੇਰੇ ਵੱਲ ਵਧਾਉਂਦੇ ਹੋਏ ਕਿਹਾ, ਥੱਕ ਗਈ ਹੋਵੇਂਗੀ ਰਾਤ ਨੂੰ ਪੂਜਾ ਕਰਦੀ ਕਰਦੀ। ਸੱਸ ਦੀ ਗੱਲ ਸੁਣ ਕੇ ਮੈਂ ਬੋਲੀ, ਕਿੱਥੇ ਮਾਂ ਜੀ, ਪੂਜਾ ਪੂਰੀ ਨਹੀਂ ਹੋਈ ਤੇ ਮੈਨੂੰ ਵਿੱਚ ਹੀ ਨੀਂਦ ਆ ਗਈ। ਮੇਰੀ ਗੱਲ ਸੁਣ ਕੇ ਮੇਰੀ ਸੱਸ ਬੋਲੀ, ਓਹੋ ਬੇਟੀ ਇਹ ਕੀ ਕਰ ਦਿੱਤਾ, ਹੁਣ ਤਾਂ ਮੈਂ ਅੱਜ ਵੀ ਤੈਨੂੰ ਅਭੀ ਨਾਲ ਮਿਲਣ ਨਹੀਂ ਦੇ ਸਕਦੀ। ਇਹ ਕਹਿ ਕੇ ਮੇਰੀ ਸੱਸ ਨੇ ਮੇਰੇ ਸਿਰ ਵਿੱਚ ਇੱਕ ਹੋਰ ਬੰਬ ਤੋੜ ਦਿੱਤਾ। ਕਿ ਮੈਂ ਆਪਣੇ ਪਤੀ ਨੂੰ ਮਿਲਣ ਲਈ ਇਵੇਂ ਹੀ ਸਾਰੀ ਜ਼ਿੰਦਗੀ ਤਰਸਦੀ ਰਹੂੰਗੀ। ਮੇਰੀ ਸੱਸ ਜ਼ੋਰ ਦੀ ਹੱਸੀ ਤੇ ਕਹਿਣ ਲੱਗੀ, ਮੈਂ ਕਦੋਂ ਕਿਹਾ ਤੂੰ ਨਹੀਂ ਮਿਲ ਸਕਦੀ। ਬਸ ਅੱਜ ਦਾ ਦਿਨ ਪੂਜਾ ਚੰਗੀ ਤਰ੍ਹਾਂ ਕਰ ਲਾ, ਫਿਰ ਰਾਤ ਨੂੰ ਚਲੀ ਜਾਵੀਂ ਆਪਣੇ ਪਤੀ ਕੋਲ। 1 ਹਫ਼ਤਾ ਹੋ ਗਿਆ ਸੀ ਮੈਂ ਆਪਣੇ ਪਤੀ ਦਾ ਮੂੰਹ ਤੱਕ ਨਹੀਂ ਦੇਖਿਆ ਸੀ। ਮੈਂ ਦਿਨ ਵਿੱਚ 4 ਵਾਰ ਪੂਜਾ ਕਰਦੀ ਤੇ ਜਦੋਂ ਰਾਤ ਨੂੰ ਪੂਜਾ ਕਰਨ ਲੱਗਦੀ ਤਾਂ ਮੇਰੀ ਸੱਸ ਕੋਈ ਨਾ ਕੋਈ ਚੀਜ਼ ਲਿਆ ਕੇ ਖਵਾ ਦਿੰਦੀ, ਜਿਸ ਨਾਲ ਮੈਨੂੰ ਨੀਂਦ ਆ ਜਾਂਦੀ। ਮੇਰੀ ਸੱਸ ਕਦੇ ਖੰਜੂਰ, ਕਦੇ ਖੀਰ, ਕਦੇ ਦੁੱਧ ਲੈ ਕੇ ਆ ਜਾਂਦੀ। ਇਹ ਚੀਜ਼ਾਂ ਖਾਂਦੇ ਹੀ ਮੈਨੂੰ ਨੀਂਦ ਆਉਣ ਲੱਗਦੀ। ਰਾਤ ਨੂੰ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੇਰੇ ਕੋਲ ਕੋਈ ਬੈਠਾ ਹੁੰਦਾ। ਲੇਕਿਨ ਇੱਕ ਰਾਤ ਮੈਂ ਸੋਚ ਲਿਆ ਕਿ ਮੈਂ ਇਸ ਦੀ ਸੱਚਾਈ ਜਾਣ ਕੇ ਹੀ ਰਹਾਂਗੀ ਕਿ ਰਾਤ ਨੂੰ ਮੇਰੇ ਕੋਲ ਕੌਣ ਹੁੰਦਾ ਅਤੇ ਉਹਨਾਂ ਚੀਜ਼ਾਂ ਵਿੱਚ ਕੀ ਹੁੰਦਾ ਜਿਨ੍ਹਾਂ ਨਾਲ ਮੈਂ ਸੌਂ ਜਾਂਦੀ ਹਾਂ। ਰਾਤ ਹੁੰਦੇ ਹੀ ਜਿਵੇਂ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, ਬੇਟਾ ਮੈਂ ਤੇਰੇ ਲਈ ਜੂਸ ਲੈ ਕੇ ਆਈ ਹਾਂ, ਇਸ ਨੂੰ ਪੀ ਲਾ, ਦੇਖ ਕਿੰਨੀ ਕਮਜ਼ੋਰ ਹੋ ਗਈ ਹਾਂ। ਮੈਂ ਉਹਦੇ ਵੱਲ ਦੇਖਿਆ ਨਹੀਂ ਤੇ ਮੈਂ ਨੀਵੀਂ ਪਾਈ ਬੈਠੀ ਨੇ ਇਹੀ ਕਹਿ ਦਿੱਤਾ, ਨਹੀਂ ਮਾਂ ਜੀ ਅੱਜ ਮੈਂ ਨਹੀਂ ਪੀਣਾ, ਮੈਨੂੰ ਭੁੱਖ ਨਹੀਂ, ਤੁਸੀਂ ਇਸ ਨੂੰ ਵਾਪਸ ਲੈ ਜਾਓ। ਕਿਉਂਕਿ ਮੈਨੂੰ ਸੀ ਕਿ ਮੈਂ ਤਾਂ ਰਾਤ ਵਾਲੀ ਪੂਜਾ ਦਾ ਕੰਮ ਨਿਬੇੜ ਹੀ ਦੇਣਾ। ਅੱਜ ਮੈਂ ਕੁਝ ਨਹੀਂ ਖਾਊਂਗੀ ਤੇ ਪੂਜਾ ਕਰਕੇ ਹੀ ਉੱਠੂੰਗੀ। ਮੇਰੀ ਸੱਸ ਮੈਨੂੰ ਜਾਗਦਾ ਹੋਇਆ ਦੇਖ ਕੇ ਪਰੇਸ਼ਾਨ ਲੱਗਦੀ ਸੀ। ਮੈਂ ਉੱਠ ਕੇ ਸੌਣ ਦੀ ਨਾਟਕ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਅੱਗੇ ਅੱਗੇ ਕੀ ਕਰਨਾ। ਮੈਂ ਆਪਣੀ ਸੱਸ ਦੀਆਂ ਚਲਾਕੀਆਂ ਤੋਂ ਕਿਵੇਂ ਬਚਣਾ। ਮੈਂ ਸੱਸ ਨੂੰ ਦਿਖਾ ਦਿੱਤਾ ਕਿ ਮੈਂ ਸੌਂ ਚੁੱਕੀ ਹਾਂ। ਅਜੇ ਮੈਨੂੰ 10 ਮਿੰਟ ਵੀ ਨਹੀਂ ਹੋਏ ਸੀ ਪਈ ਨੂੰ ਕਿ ਕਮਰੇ ਦੇ ਅੰਦਰ ਹਲਚਲ ਮਹਿਸੂਸ ਹੋਈ। ਦਰਵਾਜ਼ਾ ਖੁੱਲ੍ਹਿਆ, ਫਿਰ ਕੁੰਡੀ ਲਗਾਉਣ ਦੀ ਆਵਾਜ਼ ਆਈ। ਕਿਸੇ ਦੇ ਭਾਰੀ ਕਦਮਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ। ਮੈਂ ਅੱਖਾਂ ਖੋਲ੍ਹ ਕੇ ਦੇਖ ਨਹੀਂ ਸਕਦੀ ਸੀ। ਫਿਰ ਹੌਲੀ ਹੌਲੀ ਉਹ ਮੇਰੇ ਕੋਲ ਆਇਆ। ਉਸਨੇ ਮੈਨੂੰ ਹੱਥ ਲਾਇਆ ਤਾਂ ਮੇਰੇ ਕੰਨ ਇੱਕਦਮ ਖੜ੍ਹੇ ਹੋ ਗਏ। ਮੈਂ ਆਪਣੀਆਂ ਅੱਖਾਂ ਖੋਲ੍ਹ ਕੇ ਸਾਹਮਣੇ ਦੇਖਿਆ ਤਾਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਸੀ। ਸਾਹਮਣੇ ਖੜ੍ਹੇ ਇਨਸਾਨ ਨੂੰ ਦੇਖ ਕੇ ਅਸਮਾਨ ਮੇਰੇ ਸਿਰ 'ਤੇ ਡਿੱਗ ਪਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਸੱਸ ਮੇਰੇ ਨਾਲ ਇੰਨਾ ਵੱਡਾ ਧੋਖਾ ਕਰ ਸਕਦੀ ਸੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਆਉਣ ਲੱਗਿਆ। ਮੈਂ ਆਪਣੇ ਵਿਆਹ ਦੇ ਬਾਰੇ ਕੀ ਕੀ ਸੋਚਿਆ ਸੀ ਤੇ ਮੇਰੇ ਨਾਲ ਕੀ ਹੋ ਗਿਆ। ਹੇ ਰੱਬਾ, ਮੈਂ ਕਿੱਥੇ ਫਸ ਗਈ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ। ਮੈਂ ਬੈੱਡ ਤੋਂ ਉੱਤਰ ਕੇ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾਂ ਕਮਰੇ ਵਿੱਚੋਂ ਭੱਜ ਕੇ ਬਾਹਰ ਆਈ। ਮੇਰੀ ਸੱਸ ਨੇ ਮੈਨੂੰ ਦੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਈ। ਉਹਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਮੈਂ ਆਪਣੀ ਸੱਸ ਨੂੰ ਕਿਹਾ, ਤੁਸੀਂ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ? ਤੁਹਾਨੂੰ ਸ਼ਰਮ ਨਹੀਂ ਆਈ? ਮੇਰੀ ਜਗ੍ਹਾ ਤੁਹਾਡੀ ਬੇਟੀ ਹੁੰਦੀ ਫਿਰ ਤੁਸੀਂ ਕੀ ਕਰਦੇ? ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ। ਤੁਸੀਂ ਇੰਨਾ ਹੇਠਾਂ ਡਿੱਗ ਜਾਓਗੇ, ਇੰਨਾ ਘਟੀਆ ਨਿਕਲੋਗੇ, ਮੈਂ ਸੋਚ ਵੀ ਨਹੀਂ ਸਕਦੀ। ਮੇਰੀ ਸੱਸ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ, ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰ। ਮੈਂ ਸੱਸ ਦੀਆਂ ਕੁਝ ਗੱਲਾਂ ਸੁਣੀਆਂ ਤੇ ਆਪਣਾ ਸਾਰਾ ਸਮਾਨ ਪੈਕ ਕਰਕੇ ਆਪਣੇ ਮਾਂ-ਬਾਪ ਦੇ ਘਰ ਆ ਗਈ ਤਾਂ ਕਿ ਆਪਣੇ ਮਾਂ-ਬਾਪ ਨਾਲ ਲੜਨ ਲੱਗੀ। ਤੁਸੀਂ ਪੈਸਿਆਂ ਦੀ ਖਾਤਰ ਇੰਨੇ ਬਦਸੂਰਤ ਪਤੀ ਨਾਲ ਵਿਆਹ ਕਰ ਦਿੱਤਾ। ਸ਼ਾਮ ਹੋਈ ਤੇ ਮੈਂ ਬੈੱਡ 'ਤੇ ਪੈ ਗਈ। ਮੇਰੀਆਂ ਅੱਖਾਂ ਮੂਹਰੇ ਉਹੀ ਸੀਨ ਆਉਣ ਲੱਗਿਆ ਜਦੋਂ ਮੇਰੇ ਕਮਰੇ ਵਿੱਚ ਕੋਈ ਆਇਆ ਸੀ। ਉਹ ਕਮਰੇ ਵਿੱਚ ਆਉਣ ਵਾਲਾ ਕੋਈ ਹੋਰ ਨਹੀਂ, ਮੇਰਾ ਪਤੀ ਸੀ। ਉਹ ਇੰਨਾ ਕੁ ਬਦਸੂਰਤ ਸੀ ਕਿ ਉਸ ਨੂੰ ਮੈਂ ਦੇਖ ਹੀ ਨਾ ਸਕੀ। ਮੇਰਾ ਪਤੀ ਜਨਮ ਤੋਂ ਹੀ ਇੰਨਾ ਬਦਸੂਰਤ ਸੀ ਜਾਂ ਕਿਸੇ ਦੁਰਘਟਨਾ ਵਿੱਚ ਅਜਿਹਾ ਹੋਇਆ ਸੀ। ਲੇਕਿਨ ਜੋ ਵੀ ਸੀ, ਬਹੁਤ ਜ਼ਿਆਦਾ ਬਦਸੂਰਤ ਸੀ ਮੇਰਾ ਪਤੀ। ਇਹ ਸਭ ਸੋਚਦੇ ਸੋਚਦੇ ਮੇਰਾ ਦਿਲ ਘਬਰਾਉਣ ਲੱਗਿਆ। ਮੈਂ ਇੱਕਦਮ ਉੱਠ ਕੇ ਬੈਠ ਗਈ।
ਮੈਨੂੰ ਲੱਗਿਆ ਮੈਂ ਆਪਣੇ ਮਾਂ-ਬਾਪ ਨਾਲ ਬਹੁਤ ਗਲਤ ਕਰ ਰਹੀ ਹਾਂ, ਕਿਉਂਕਿ ਮੇਰੇ ਮਾਂ-ਬਾਪ ਨੇ ਜੋ ਵੀ ਕੀਤਾ ਸੀ ਮਜਬੂਰੀ ਵਿੱਚ ਆ ਕੇ ਕੀਤਾ ਸੀ, ਕਿਉਂਕਿ ਅਸੀਂ ਬਹੁਤ ਗਰੀਬ ਸੀ। ਮੇਰੇ ਲਈ ਕੋਈ ਰਿਸ਼ਤਾ ਨਹੀਂ ਆਉਂਦਾ ਸੀ ਤੇ ਸਾਰੇ ਦਾਜ ਦੇ ਲੋਭੀ ਸੀ। ਜੇ ਮੇਰਾ ਪਤੀ ਬਦਸੂਰਤ ਸੀ ਤਾਂ ਕੀ ਹੋਇਆ? ਮੈਨੂੰ ਉਹ ਸੂਰਤ ਦੇਖ ਕੇ ਡਰ ਤਾਂ ਬਹੁਤ ਲੱਗਿਆ ਸੀ। ਇਸ ਕਰਕੇ ਹੀ ਮੇਰੇ ਮਾਂ-ਬਾਪ ਨੇ ਮੇਰੇ ਤੋਂ ਇਹ ਗੱਲ ਲੁਕੋਈ ਸੀ। ਉਹ ਵੀ ਕੀ ਕਰ ਸਕਦੇ ਸੀ, ਉਹਨਾਂ ਦੀ ਵੀ ਮਜਬੂਰੀ ਸੀ ਅਤੇ ਮੇਰੀ ਸੱਸ ਦੀ ਵੀ ਮਜਬੂਰੀ ਸੀ। ਉਹ ਵੀ ਆਪਣੇ ਬੇਟੇ ਦੀ ਖੁਸ਼ੀ ਚਾਹੁੰਦੀ ਸੀ, ਆਪਣੇ ਖਾਨਦਾਨ ਦਾ ਵਾਰਿਸ ਚਾਹੁੰਦੀ ਸੀ। ਇਹ ਗੱਲ ਮੇਰੇ ਪਤੀ ਨੇ ਹੀ ਆਪਣੀ ਮਾਂ ਨੂੰ ਕਹੀ ਸੀ। ਮੇਰਾ ਚਿਹਰਾ ਮੇਰੀ ਪਤਨੀ ਨਾ ਦੇਖ ਸਕੇ, ਕਿਉਂਕਿ ਇੰਨੇ ਬਦਸੂਰਤ ਇਨਸਾਨ ਦੇ ਨਾਲ ਕੋਈ ਵੀ ਲੜਕੀ ਰਹਿਣਾ ਪਸੰਦ ਨਹੀਂ ਕਰਦੀ। ਫਿਰ ਮੈਂ ਆਪਣੇ ਮਾਂ-ਬਾਪ ਦੀ ਗਰੀਬੀ ਅਤੇ ਮਜ਼ਦੂਰੀ ਨੂੰ ਦੇਖਦੀ ਹੋਈ ਇਹ ਫੈਸਲਾ ਲਿਆ, ਬਦਸੂਰਤ ਪਤੀ ਦੇ ਨਾਲ ਰਹਿਣ ਨੂੰ ਤਿਆਰ ਹੋ ਗਈ। ਮੈਂ ਆਪਣਾ ਸਮਾਨ ਚੁੱਕਿਆ ਅਤੇ ਵਾਪਸ ਆਪਣੇ ਸਹੁਰੇ ਘਰ ਚਲੀ ਗਈ, ਜਿੱਥੇ ਮੇਰਾ ਪਤੀ ਤੇ ਮੇਰੀ ਸੱਸ ਇੰਤਜ਼ਾਰ ਕਰ ਰਹੇ ਸੀ। ਮੇਰੇ ਪਤੀ ਦਾ ਸਿਰ ਮੇਰੇ ਸਾਹਮਣੇ ਝੁਕਿਆ ਹੋਇਆ ਸੀ। ਉਹ ਮੇਰੇ ਕੋਲੋਂ ਮਾਫ਼ੀ ਮੰਗਣ ਲੱਗਿਆ। ਉਸ ਨੇ ਕਿਹਾ, ਅਸੀਂ ਤੇਰੇ ਨਾਲ ਧੋਖਾ ਕੀਤਾ, ਤੇਰੀਆਂ ਉਮੀਦਾਂ ਤੇ ਪਾਣੀ ਫੇਰਿਆ, ਪਰ ਯਕੀਨ ਕਰ ਮੈਂ ਦਿਲ ਦਾ ਬਹੁਤ ਵਧੀਆ ਇਨਸਾਨ ਹਾਂ। ਤੂੰ ਜਿਵੇਂ ਕਹੇਂਗੀ ਮੈਂ ਉਵੇਂ ਹੀ ਕਰੂੰਗਾ, ਬਸ ਮੈਨੂੰ ਮਾਫ਼ ਕਰ ਦੇ। ਮੇਰੀ ਸੱਸ ਵੀ ਮੇਰੇ ਕੋਲੋਂ ਮਾਫ਼ੀ ਮੰਗ ਰਹੀ ਸੀ। ਉਹ ਕਹਿਣ ਲੱਗੀ, ਬੇਟਾ ਮੈਨੂੰ ਮਾਫ਼ ਕਰ ਦੇ। ਉਹ ਕਿਹੜੀ ਮਾਂ ਜਿਹੜੀ ਆਪਣੇ ਬੇਟੇ ਦਾ ਘਰ ਬਸਣ ਨਹੀਂ ਦੇਵੇਗੀ। ਮੈਂ ਆਪਣੀ ਸੱਸ ਅਤੇ ਪਤੀ ਨੂੰ ਮਾਫ਼ ਕਰ ਦਿੱਤਾ। ਹੁਣ ਜੋ ਵੀ ਸੀ, ਜਿਹੋ ਜਿਹਾ ਵੀ ਦਿਸਦਾ ਸੀ, ਪਰ ਹੈ ਤਾਂ ਮੇਰਾ ਪਤੀ ਸੀ। ਕਹਿੰਦੇ ਆ ਕਿ ਸ਼ਕਲ ਸੂਰਤ ਵਿੱਚ ਕੁਝ ਨਹੀਂ ਰੱਖਿਆ, ਬੰਦਾ ਦਿਲ ਦਾ ਸਾਫ਼ ਹੋਣਾ ਚਾਹੀਦਾ। ਮੈਨੂੰ ਪਤਾ ਸੀ ਕਿ ਮੇਰਾ ਪਤੀ ਦਿਲ ਦਾ ਬਹੁਤ ਵਧੀਆ ਇਨਸਾਨ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।